अस्सलाम वालेकुम रहमतुल्लाह। मैं हूं शराफत अली मून और आप देख रहे हैं सैम टीवी। आज मैं मौजूद हूं एक ऐसी शख्सियत के पास, कनाडा से तशरीफ़ लाए हैं और हिंदू कम्युनिटी से इनका ताल्लुक़ है। ये जो मेरे हाथ में आप तस्वीर देख रहे हैं, ये इन्हीं शख्सियत की तस्वीर है। इसमें ख़ास बात ये है कि ये जब पाकिस्तान की पार्टीशन हुई थी, ये उस वक्त की तस्वीर है, यानी कि ये उस वक्त 14 से 15 साल के थे और आज उनकी तस्वीर उनके पास है और हमारे साथ मौजूद हैं। कनाडा से आज खुड़िया में तशरीफ़ लाए हैं, कसूर में। अस्सलाम वालेकुम। वालेकुम सलाम। दर्शन कुमार साहब, की हाल चाल है ताड़ा? ठीक मेरा है। हाल भी बहुत अच्छा है, बहुत खुशी हुई है। सारे भाई मिलते हैं, खुलिए में आके मुझे बहुत खुशी मिली है। ਤੁਸੀਂ ਆਪਣੇ ਇਲਾਕੇ ਚ ਆਏ ਹੋ 47 ਤੋਂ ਪਹਿਲੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ, ਤੁਸੀਂ ਸਾਰਿਆਂ ਨੂੰ ਜਾਣਦੇ ਵੀ ਹੋ, ਉਸ ਬਾਰੇ ਨਾਲ ਕੀ ਕਹੋਗੇ? ਮੇਰਾ ਜਨਮ ਇੱਥੇ ਹੋਇਆ ਹੈ। ਮੈਨੂੰ ਪੁਰਾਣੇ ਲੋਕੀ ਬਹੁਤ ਯਾਦ ਆਉਂਦੇ ਜਿਹੜੇ ਮੇਰੇ ਜ਼ਮਾਨੇ 'ਚ ਆਉਂਦੇ ਸੀ। ਉਹਨਾਂ ਦੇ ਬੱਚੇ, ਉਹਨਾਂ ਦੇ ਲੜਕੇ, ਉਹਨਾਂ ਦੇ ਫੈਮਲੀਆਂ ਮੇਰੇ ਰਿਲੇਸ਼ਨ ਸੀ। ਸਭ ਤੋਂ ਵੱਡੀ ਗੱਲ ਹੈ, ਪੁਰਾਣੇ ਲੋਕਾਂ ਦੇ ਵਿੱਚ ਸਾਡੇ 'ਚ ਇੰਨਾ ਪਿਆਰ ਸੀ, ਅਸੀਂ ਇੱਕੋ ਥਾਲੀ ਰੋਟੀ ਖਾਂਦੇ ਸੀ। ਠੀਕ ਹੈ। ਬਹੁਤ ਚੰਗੇ ਚੰਗੇ ਮੇਰੇ ਦੋਸਤ ਸੀਗੇ, ਉਹਨੇ ਨਾਮ ਮੈਨੂੰ ਕਾਫੀ ਲੋਕਾਂ ਦੀ ਯਾਦ ਹੈ। ਹੁਣ ਤੁਸੀਂ ਜਦੋਂ ਆਏ ਹੋ, ਤੁਹਾਨੂੰ ਕੋਈ ਪੁਰਾਣਾ ਦੋਸਤ ਮਿਲਿਆ ਇੱਥੇ? ਮੈਨੂੰ ਪੁਰਾਣਾ ਉਸ ਜ਼ਮਾਨੇ ਨਹੀਂ ਦੋਸਤ ਮਿਲਿਆ ਸੀਗਾ। ਉਸ ਜ਼ਮਾਨੇ ਮਿਲੇ ਮੈਂ 93 ਵਿੱਚ ਇੱਕ ਵਾਰੀ ਇੱਥੇ ਹੋ ਕੇ ਗਿਆ। ਠੀਕ ਹੈ। ਲੇਕਿਨ ਹੁਣ ਮੈਨੂੰ ਪੁਰਾਣਾ ਦੋਸਤ ਇੱਕ ਮਿਲਿਆ। ਬਸ ਇਕੱਲੇ ਮੇਰੀ ਬਾਕੀ ਮਿਲਣਾ ਜੇ 47 ਦੀ ਜਿਹੜੀ ਪਾਰਟੀਸ਼ਨ ਹੋਈ ਹੈ, ਉਹਦੇ ਵਿੱਚ ਤੁਸੀਂ ਇੱਥੋਂ ਕਿਵੇਂ ਮੂਵਮੈਂਟ ਕੀਤੀ ਉਧਰ? ਇੰਡੀਆ ਗਏ ਜਾਂ ਕੈਨੇਡਾ ਗਏ, ਕਿਸ ਤਰ੍ਹਾਂ ਮੂਵ ਹੋਇਆ? ਸਭ ਦੱਸਦਾ। 3 ਜੂਨ 1947 ਨੂੰ ਉਸ ਵਿੱਚ ਹੋਈ ਸੀ। ਚੌਧਰੀ ਚਰਨਦਾਸ ਸਾਡੀ ਗਲੀ ਵਿੱਚ ਉੱਚਾ ਧਿਆਨ ਸਿੰਘ ਵਿੱਚ ਰਹਿੰਦਾ ਸੀ। ਉਹਦਾ ਰੇਡੀਓ ਰਸਤਾ 3 ਜੂਨ ਨੂੰ ਆਦੀ ਡਬਲ ਸਟੋਰੀ ਦੀ ਬਿਲਡਿੰਗ ਹੈ, 2 ਚੁਬਾਰੇ ਵਾਲੀ। ਤੇ 3 ਜੂਨ ਨੂੰ ਅਨਾਉਂਸਮੈਂਟ ਹੋਈ ਵੀ ਇਹ ਸਭ ਪਾਕਿਸਤਾਨ ਦਾ ਆ ਗਿਆ। ਗਲੀਆਂ ਨੂੰ ਹੱਲੇ ਨਾਰੇ ਲੱਗਣ ਲੱਗ ਗਏ, ਅੱਲਾਹੂ ਅਕਬਰ। ਤੇ ਸਾਡੇ ਗਲੀ ਦੇ ਗੇਟ ਲੱਗਾ ਬੰਦ ਕਰਕੇ ਲੋਕੀ ਸਾਡੇ ਘਰੇ ਸਾਰੇ ਆ ਗਏ। ਸਾਡਾ ਵਿਹੜਾ ਬਹੁਤ ਖੁੱਲ੍ਹਾ ਸੀ, ਐਂਡ ਤੇ ਸਾਡਾ ਘਰ ਸੀ। ਤੇ ਉਸ ਤੋਂ ਬਾਅਦ 4 ਜੂਨ ਨੂੰ ਮੈਂ ਘੁੰਮਣ ਫਿਰਨ ਚਲਾ ਗਿਆ ਸ਼ਹਿਰ 'ਚ। ਦੁਕਾਨਾਂ ਕਿਤੇ ਰੋਟੀਆਂ ਜਾਂਦੀਆਂ ਸੀ, ਸਟੇਸ਼ਨ 'ਤੇ ਵੀ ਗਿਆ ਸੀ। ਤੇ 5 ਜੂਨ ਨੂੰ ਸਾਡੇ ਬਜ਼ੁਰਗ ਸਾਰੇ 4 ਜੂਨ ਨੂੰ ਮਸੀਤਾਂ ਬਸਤੀਆਂ ਚਲੇ ਗਏ। ਇਹ ਜਿਹੜੀ ਲੁੱਟਮਾਰ ਸ਼ੁਰੂ ਹੋਈ ਸੀ, ਇਹ ਕਿਹਨਾਂ ਨੇ ਸ਼ੁਰੂ ਕੀਤੀ? ਇਸ ਤੋਂ ਬਾਅਦ ਬੋਲਣਾ, ਜਿਹੜੀ ਲੁੱਟਮਾਰ ਸ਼ੁਰੂ ਹੋਈ ਸੀ 3 ਜੂਨ ਨੂੰ, ਹਾਂ, ਇਹ ਕਿਹਨਾਂ ਨੇ ਸ਼ੁਰੂ ਕੀਤੀ ਸੀ? ਕਿਹੜੀ ਕਮਿਊਨਿਟੀ ਨੇ ਸ਼ੁਰੂ ਕੀਤੀ? ਮੁਸਲਮਾਨਾਂ ਨੇ। ਮੁਸਲਮਾਨਾਂ ਨੇ? ਹਾਂ। ਅੱਛਾ। ਗਲੀਏ ਮਹੱਲੇ ਗੱਲਾਂ ਕੋਈ ਕਰਦੇ ਸੀ ਬੋਲੇ ਬੋਲੀ। ਤੇ ਮੈਂ 3 ਜੂਨ ਨੂੰ ਜ਼ਿਕਰ ਸਾਰੀ ਦੁਨੀਆ ਬੈਠੀ ਸੀ। 4 ਜੂਨ ਨੂੰ ਮੈਂ ਸਟੇਸ਼ਨ 'ਤੇ ਚਲਾ ਗਿਆ। ਤੇ ਸਾਡੇ ਜਿਹੜੇ ਬਜ਼ੁਰਗ ਸੀਗੇ, ਮੇਰੇ ਫਾਦਰ ਸਾਹਿਬ, ਮੇਰਾ ਨੇਫੀ, ਜਿਹੜਾ ਬਦਲ ਸੀ, ਬਾਲੀਰਾਮ, ਨਾਥਾਪੁਰੀ ਸੀ, ਉਹ ਜਿੰਨੇ ਵੀ ਵੱਡੇ ਵੱਡੇ ਲੋਕ ਸੀ ਸਾਰੇ ਮਸਜਿਦ 'ਚ ਲੈ ਗਏ ਕਿ ਸਾਨੂੰ ਮੁਸਲਮਾਨ ਬਣਾ ਲਓ, ਅਸੀਂ ਸ਼ਹਿਰ ਨਹੀਂ ਛੱਡਣਾ ਚਾਹੁੰਦੇ। ਮੇਰੇ ਬਾਪ ਮੈਨੂੰ ਘਰਿਆ ਕਹਿੰਦੇ ਮੁਸਲਮਾਨ ਵੀ ਆ ਕੇ ਆ ਗਏ ਆ, ਤੇ ਸਾਨੂੰ ਕੀ ਇਤਰਾਜ਼ ਹੈ? ਦੇਵਾਂਗੇ ਦੇ ਇੱਥੇ ਹੀ ਮੁਸਲਮਾਨ ਹੋ ਗਏ, ਹਿੰਦੂ ਹੋ ਗਏ। ਉਸ ਤੋਂ ਬਾਅਦ 5 ਜੂਨ ਨੂੰ ਮੈਂ ਆਪਣੀ ਗਲੀ ਦੇ ਬਾਹਰ ਖੜਾ, ਮਕਾਨ ਦੱਸ ਸਕਦਾ ਕਿੱਥੇ ਖੜਾ ਸੀ। ਤੇ ਮਿਲਟਰੀ ਦਾ ਇੱਕ ਆਦਮੀ ਆਇਆ, ਚੂਮੀ ਗੇਟ ਵੱਲੋਂ। ਉਹਨੇ ਸਟੇਨ ਗੱਲ ਪਾਈ ਸੀ, ਕਹਿੰਦਾ ਆ ਕੇ ਪੁੱਛਦਾ ਹਿੰਦੂ ਹੈਗੇ ਤੇ ਸਾਰੇ ਲੋਕੀ 4 ਮੁੰਡੇ ਤਾਸ਼ ਖੇਡ ਰਹੇ ਸੀ। ਇਹਦੇ ਸਾਰੇ ਹੀ ਬੈਠੇ ਜੀ, ਸਾਰੇ ਹੈਗੇ ਇੱਥੇ। ਸਾਰੀ ਗਲੀ ਚਲਾ ਗਿਆ, ਸਾਰੇ ਘਰ ਕੰਨੇ ਲੋਕਾਂ ਤੇ ਲਾ ਦਿੱਤੀ, ਸਾਰਾ ਸਮਾਨ ਚੁੱਕ ਕੇ ਆ ਜਾਣ। 5 ਜੂਨ ਨੂੰ ਫਲਾਨੀ ਥਾਂ ਪਹੁੰਚ ਗਿਆ। ਜਦੋਂ ਤੁਸੀਂ ਮਸਜਿਦ 'ਚ ਗਏ ਸੀਗੇ, ਇਸਲਾਮ ਕਬੂਲ ਮੈਂ ਨਹੀਂ ਗਿਆ, ਸਾਡੇ ਬਜ਼ੁਰਗ ਗਏ ਹੈ। ਉਹਨਾਂ ਨੇ ਇਸਲਾਮ ਕਬੂਲ ਕਰ ਲਿਆ ਸੀ? ਬਿਲਕੁਲ ਕਰ ਲਿਆ ਸੀ। ਠੀਕ ਹੈ। ਔਰ ਉਹਨਾਂ ਨੂੰ ਕਮਿਊਨਿਟੀ ਨੇ ਐਕਸੈਪਟ ਵੀ ਕਰ ਲਿਆ? ਸਭ ਕੁਝ ਐਕਸੈਪਟ ਕੀਤਾ। ਕਲਮੇ ਕੁਲਮੇ ਜੋ ਪੜ੍ਹਦੇ ਮਸੀਤ, ਜੋ ਉਹਨਾਂ ਦਾ ਰਿਵਾਜ ਹੁੰਦਾ ਹੈ, ਉਸੇ 'ਚ ਪਾਣੀ ਪਵਾਇਆ, ਕੁਛ ਖਵਾਇਆ, ਉਹਨਾਂ ਨੇ ਖਾ ਪੀ ਕੇ ਵੀ ਆਏ। ਹੁਣ ਤੁਸੀਂ ਕਿਹੜੇ ਹਿੰਦੂ ਧਰਮ ਨਾਲ ਤਾਲੁਕ ਰੱਖਦੇ ਹੋ? ਮੈਂ, ਮੇਰੀ ਬੈਕਗਰਾਊਂਡ ਹਿੰਦੂ ਹੈ, ਚਾਵਲਾ ਮੇਰਾ ਲਾਸਟ ਨੇਮ ਹੈ। ਠੀਕ ਹੈ। ਮੈਂ ਕਿਸੇ ਲੋਕਾਂ ਨਾਲ ਜ਼ਿਆਦਾ ਰਿਲੇਸ਼ਨ ਧਰਮਾਂ ਨਾਲ ਨਹੀਂ ਰੱਖਦਾ। ਮੈਂ ਇੱਕ ਇਨਸਾਨੀ ਧਰਮ ਮੰਨਦਾ। ਅੱਛਾ। ਮੈਂ ਖੁਦਾ ਨੂੰ ਮੰਨਦੇ ਹੋ? 100% ਸਿਰਫ ਖੁਦਾ ਨੂੰ। ਠੀਕ ਹੈ। ਹਾਂ। ਖੁਦਾ ਤੋਂ ਬਾਅਦ ਕੋਈ ਨਬੀ ਨਹੀਂ ਮੰਨਦੇ? ਕੋਈ ਕਿਸੇ ਸਾਰੇ ਮੰਨਦੇ, ਜਦੋਂ ਨਬੀ ਧਰਤੀ ਦੇ ਭੇਜੀ ਹੈ ਖੁਦਾ ਨੇ, ਸਾਰਿਆਂ ਨੇ ਮੰਨਦਾ ਹੈ। ਮੰਨਦੇ ਹੋ? ਮੰਨਦਾ। ਤੁਸੀਂ ਲਿਖਾਰੀ ਹੋ ਜਾਂ ਪੜ੍ਹਨ ਵਾਲੇ ਹੋ? ਪੜ੍ਹਨ ਵਾਲੇ। ਅੱਛਾ। ਔਰ ਕਿਹੜੀ ਚੀਜ਼ 'ਚ ਜ਼ਿਆਦਾ ਪੜ੍ਹਨ ਦਾ ਇੰਟਰਸਟ ਰੱਖਦੇ ਹੋ? ਉਰਦੂ ਵਿੱਚ। ਅੱਛਾ, ਅਸੀਂ ਦੁਬਾਰਾ ਉੱਥੇ ਸ਼ੁਰੂ ਕਰਦੇ ਹਾਂ ਕਿ ਜਦੋਂ ਤੁਸੀਂ 5 ਜੂਨ ਤੋਂ ਸ਼ੁਰੂ ਕਰੋ ਕਿ ਉਹਨੇ ਤੁਹਾਨੂੰ ਕਿਹਾ ਕਿ ਤੁਸੀਂ ਮੂਵ ਕਰ ਜਾਓ ਇੱਥੋਂ। 5 ਜੂਨ ਤੋਂ ਸਾਨੂੰ ਮਿਲਟਰੀ ਵਾਲੇ ਨੇ ਸਾਰਿਆਂ ਨੇ ਇਕੱਠਾ ਕੀਤਾ। ਚੁੰਨੀ ਦੀ ਚੱਕੀ ਜਾਣਦੇ ਹੋ, ਤੇਲੀ ਵਾਲੀ ਗਲੀ ਜਾਣਦੇ ਹੋ, ਬਾਲੀ ਘੋਟੇ ਦੇ ਘਰ ਜਾਣਦੇ ਹੋ। ਗਲੀ ਦੇ ਗੇਟ ਤੇ ਜਾ ਕੇ ਰਾਈਟ ਬੋਲ ਕੇ ਜਾ ਕੇ ਜਿਹੜੀ ਜਗ੍ਹਾ ਸੀ ਖਾਲੀ ਤਾਂ ਸੀ ਸਹੀ, ਉੱਥੇ ਉੱਥੇ ਸਾਰੇ ਚਲੇ। ਠੀਕ ਹੈ। ਔਰ ਤੁਸੀਂ ਉਸ ਤੋਂ ਬਾਅਦ ਫਿਰ ਕਿਵੇਂ ਸ਼ਿਫਟ ਹੋਏ, ਇੰਡੀਆ ਦੇ ਵਿੱਚ ਜਾਂ ਕੈਨੇਡਾ 'ਚ ਹੋਏ? ਮੈਂ ਦੱਸਦਾ। ਉਸ ਤੋਂ ਬਾਅਦ ਸਾਨੂੰ ਮਿਲਟਰੀ ਲੈ ਕੇ ਗਈ ਫਿਰੋਜ਼ਪੁਰ ਤੱਕ। ਜਿਹੜੇ ਬਜ਼ੁਰਗ ਬੰਦੇ ਸੀ ਤੁਰ ਨਹੀਂ ਸਕਦੇ ਸੀ। ਮੇਰਾ ਫਾਦਰ ਥੋੜ੍ਹਾ ਵੱਡੀ ਉਮਰ ਦਾ ਸੀ, ਗੋਡੇ ਦੀ ਤਕਲੀਫ ਸੀ, ਹੋਰ ਵੀ ਕਈ ਸੀਗੇ।
ਇੱਕ ਲੜਕੀ ਤੇ ਬੱਚਾ ਹੋਇਆ ਸੀ ਬਾਹਰ ਸੜਕ ਦੇ ਉੱਤੇ ਜਗ੍ਹਾ ਦੇ ਉੱਤੇ, ਉਹਨੂੰ ਬਾਹਰ ਤੋਂ ਆਇਆ ਬਾਜੀ ਦਾ ਮੁਖੌਟਾ ਵੀ ਨਹੀਂ ਧੋ ਸਕਦਾ ਸੀਗਾ, ਮੇਰਾ ਤਾਇਆ ਵੀ ਨਹੀਂ ਧੋ ਸਕਦਾ ਸੀ ਨਰੈਣ ਦਾਸ, ਉਹ ਸਾਰੇ ਬਿਠਾ ਕੇ ਉਹਨਾਂ ਸਾਰੇ ਫਿਰੋਜ਼ਪੁਰ ਪਹੁੰਚਾਇਆ। ਅਸੀਂ ਪੈਦਲ ਤੁਰ ਕੇ ਲੈ ਰਹੇ ਔਰ ਇਹ ਮਹਿਫੂਜ਼ ਗਏ ਸਾਰੇ, ਪਰ ਮਹਿਸੂਸ ਇਹਨਾਂ ਤੇ ਕੋਈ ਹਮਲਾ ਕਿਸੇ ਨੇ ਕੀਤਾ ਹੋਇਆ? ਪਰ ਰਸਤੇ 'ਚ ਸਾਡੇ ਨੇ ਹਮਲਾ ਕਦੀ ਕੋਸ਼ਿਸ਼ ਕੀਤੀ, ਉਹ ਵਿਸਲ ਮਾਰਦੇ ਸੀ, ਮਿਲਟਰੀ ਵਾਲੇ ਸਾਰੇ ਲੋਕ ਹੀ ਬੈਠ ਜਾਂਦੇ ਸੀ ਤੇ ਸਟੇਨ ਗੱਲਾਂ ਕਰਕੇ ਉਹਨਾਂ ਨੇ ਸੈਰ ਵਗੈਰਾ ਨਹੀਂ ਕੀਤਾ। ਪਤਾ ਲੱਗ ਗਿਆ ਸਾਹਮਣੇ ਲੋਕਾਂ ਖੜਿਆਂ ਨੂੰ ਕਿ ਨਾਲ ਮਿਲਟਰੀ ਇਹਨਾਂ ਦੇ। ਅੱਛਾ ਤੁਸੀਂ ਇਹ ਦੱਸੋ ਕਿ ਇਸ ਸਾਰੀ ਭਗਦੜ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹਮਲਾ ਹੋਇਆ ਸੀਗਾ ਉਹ ਮੁਸਲਮਾਨਾਂ ਨੇ ਕੀਤਾ, ਹਿੰਦੂਆਂ ਨੇ ਕੀਤਾ ਜਾਂ ਸਿੱਖਾਂ ਨੇ ਕੀਤਾ? ਮੇਰੇ ਖਿਆਲ ਦੇ ਮੁਤਾਬਕ ਹਿੰਦੁਸਤਾਨ ਦੇ ਹਿੰਦੂਆਂ ਨੇ ਕੀਤਾ। ਠੀਕ ਹੈ, ਉਸ ਤੋਂ ਕਹਿੰਦੇ ਬਾਅਦ- ਆ ਕਿ ਜਿਹੜਾ ਦਰਿਆ ਸੀਗਾ ਉਹਦੇ ਵਿੱਚ ਜਦੋਂ ਖੂਨ ਦੇਖਿਆ ਗਿਆ ਨਾ, ਉਸ ਤੋਂ ਬਾਅਦ ਫਿਰ ਮੁਸਲਮਾਨਾਂ ਦੇ ਇੱਧਰ ਦੇ ਮੁਸਲਮਾਨਾਂ ਚ ਇਸ਼ਤਿਹਾਰ ਆਇਆ। ਅਦਲੇ ਦਾ ਬਦਲਾ ਕਰਨਾ ਪਿਆ ਉਹਨਾਂ ਨੂੰ। ਮੇਰੀ ਖਿਆਲ ਦੇ ਮੁਤਾਬਕ ਕੋਈ ਵੀ ਇਨਸਾਨ ਕਿਸੇ ਇਨਸਾਨ ਨੂੰ ਮਾਰ ਕੇ ਰਾਜੀ ਨਹੀਂ। ਕਹਿੰਦੇ ਪਟਿਆਲੇ ਵਿੱਚ ਗੱਡੀ ਜਾ ਰਹੀ ਸੀਗੀ, ਉੱਥੇ ਖੜੀ ਕਰਕੇ ਕੁਛ ਹਿੰਦੂਆਂ ਨੇ ਮਾਰਿਆ। ਅੱਛਾ। ਇਹ ਜਿਹੜੇ ਸ਼ਰਾਰਤੀ ਲੋਕ ਹੁੰਦੇ ਆ ਉਹ ਤਮਾਸ਼ਬੀਨ ਹੁੰਦੇ, ਤਮਾਸ਼ਾ ਦੇਖ ਰਹੇ ਸੀ। ਉਹਨਾਂ ਨੇ ਕੋਈ ਕਮਾਇਆ ਨਹੀਂ, ਖੱਟਿਆ ਨਹੀਂ, ਦੂਜੇ ਦਾ ਨੁਕਸਾਨ ਕੀਤਾ, ਇੱਧਰ ਉਹਨਾਂ ਦਾ ਨੁਕਸਾਨ ਕੀਤਾ। ਕਿੰਨੇ ਲੋਕੀ ਮਰ ਗਏ ਨੇ, ਤਕਰੀਬਨ 10 ਲੱਖ ਬੰਦਾ। ਕੀ ਮਿਲਿਆ ਕਿਸੇ ਨੂੰ? ਕੱਖ ਨਹੀਂ। ਫਿਰ ਉਸ ਤੋਂ ਬਾਅਦ ਕੀ ਹੋਇਆ, ਮੈਂ ਕਿਸੇ ਦੁਕਾਨ 'ਤੇ ਨੌਕਰੀ ਕਰਨ ਲੱਗ ਗਿਆ। 30 ਰੁਪਏ ਮਹੀਨਾ, 1 ਰੁਪਏ ਰੋਜ਼। ਇਹ ਕਿਹੜੇ ਸਾਲ ਦੀ ਗੱਲ ਹੈ? 1947 ਤੋਂ 2 ਸਾਲ ਬਾਅਦ 1949 ਦੀ ਗੱਲ ਹੈ। ਅੱਛਾ। ਉਸ ਤੋਂ ਬਾਅਦ ਮੈਂ 23 ਸਾਲ ਨੌਕਰੀ ਕੀਤੀ। ਹੁਣ ਇਸ ਟਾਈਮ ਤੁਸੀਂ ਫ੍ਰੀ ਹੁੰਦੇ ਹੋ ਜਾਂ ਕੋਈ ਕੰਮ ਕਰਦੇ ਹੋ ਕੈਨੇਡਾ 'ਚ? 40 ਸਾਲ ਕੋਟਪੁਰੇ ਰਿਹਾ, 13 ਸਾਲ ਪਾਕਿਸਤਾਨ 'ਚ। ਮੈਨੂੰ ਕੈਨੇਡਾ ਦੇ ਅੰਦਰ 37 ਸਾਲ ਹੋ ਜਾਣ, फिर मैं पूरे 90 साल के हो जाऊँगा। अभी मैं जवान हूँ। ਅੱਛਾ ਇਹ ਤੁਸੀਂ ਕੁਝ ਟੈਟੂਜ਼ ਬਣਵਾਏ ਹੋਏ ਆ ਦੋਨਾਂ ਸਾਈਡਾਂ? ਇਹ ਜਿਹੜੇ ਇਹ ਦਿਖਾਣਾ ਜ਼ਰਾ। ਇਹ ਜਿਹੜੀ ਤੁਹਾਡੀ ਸਬਜ਼ੀ ਮੰਡੀ ਹੈ, ਨਹੀਂ ਹਾਈ ਸਕੂਲ ਦੇ ਉੱਥੇ ਮੇਲਾ ਲੱਗਦਾ ਹੁੰਦਾ ਸੀਗਾ। ਦੇਵੀ ਦੁਆਰੇ ਦਾ ਮੰਦਿਰ ਸੀਗਾ, ਖੁੱਡੀਆਂ ਦੇ ਵਿੱਚ ਮੰਦਿਰ ਸੀਗਾ? ਦੇਵੀ ਦੁਆਰਾ ਮੰਦਿਰ। ਅੱਛਾ। ਉਹਦੇ ਅੰਦਰ ਹਰ ਸਾਲ ਮੇਲਾ ਲੱਗਦਾ ਸੀ। ਤੇ ਉਹਦੇ ਉੱਥੇ ਆਉਂਦੇ ਸੀ ਪਾਉਣ ਵਾਲੇ। ਅੱਛਾ। ਇੱਕ ਪੈਸਾ ਲੈਂਦੇ ਸੀ ਇਹ ਪਾਈ ਦਾ, ਇੱਕ ਹੈ ਸਾਤੇ ਪਾ ਲਿਆ। ਅਗਲੇ ਸਾਲ ਮੇਲਾ ਲੱਗਿਆ, ਫਿਰ ਇੱਥੇ ਪਾ ਲਿਆ। ਉਹਨੂੰ ਬਹੁਤ ਕੁਝ ਦਿਖਾਉਣਾ ਪੈਣਾ, ਪਜਾਮਾ ਵੀ ਲਾਉਣਾ ਪੈਣਾ, ਮੈਨੂੰ ਤਾਂ ਦਿੱਤਾ। ਉੱਥੇ ਵੀ ਕੋਈ ਲਓ ਜੀ। अच्छा। ਇੱਕ ਸਾਲ ਇਹ ਮੋਰ ਪਵਾ ਲਿਆ ਪੈਸੇ ਦਾ। अच्छा इधर दिखाओ जरा सामने नाज़रीन, ये देखें आप। ਇਹ ਮੋਰ ਪਵਾ ਲਿਆ, ਮੋਰ। ਕਿਹੜੇ ਸਾਲ ਦਾ ਮੋਰ ਹੈ? ਮੇਰੇ ਕਿਸਮ ਤੇ ਕੋਈ ਰਿੰਕਲ ਵਾਟ ਹੈਗਾ। नहीं बिल्कुल ਤੁਸੀਂ ਮੇਰੇ ਕੋਲ ਤਾਂ टाइट ਕਿੰਨੇ किस्म ਕਹੋਗੇ? के। ਤੁਸੀਂ ਜਵਾਨ ਹੋ ਮਾਸ਼ਾਅੱਲਾ। ਅੱਛਾ ਜੀ, ਇਹ ਵਾਟ ਇਹ ਪਵਾ ਲਿਆ। ਅੱਛਾ। ਕੁੱਟੀ ਮਾਰ ਅੱਛਾ ਕੇ ਤੁਸੀਂ ਇਹ ਦੱਸੋ ਕਿ ਤੁਹਾਡੇ ਜਿਹੜੇ ਇੱਧਰ ਦੇ ਮੁਸਲਮਾਨਾਂ ਦੇ ਨਾਲ ਲੈਣ ਦੇਣ ਸੀ ਓਹ ਹੋ ਪਾਰਟੀਸ਼ਨ ਤੋਂ ਪਹਿਲੇ ਦਾ, ਹਾਂ ਜੀ। ਉਹ ਕਿਸ ਤਰ੍ਹਾਂ ਦਾ ਸੀ? ਕਿਆ ਮੁਸਲਮਾਨ ਔਰ ਹਿੰਦੂ ਧਰਮ ਦੇ ਦਰਮਿਆਨ ਕੋਈ ਐਸੀ ਫਰਕ ਰੱਖਿਆ ਜਾਂਦਾ ਮੈਨੂੰ ਸੀ? ਇਹ ਨਹੀਂ ਪਤਾ ਸੀ ਮੁਸਲਮਾਨ ਹੈ ਕਿ ਹਿੰਦੂ। ਮੈਂ ਹੀ ਕਰਦਾ ਮੇਰੇ ਦੋਸਤ ਹੈ। ਅੱਛਾ, ਔਰ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹਿੰਦੂ ਸਾਈਨ ਹੈ। ਠੀਕ ਹੈ। ਵਰਸ਼ਿਪ ਕਰਦੇ ਲੋਕੀ ਸ਼ਾਦੀ ਕਰਨ ਲੱਗੇ ਆ, ਓਮ ਓਮ। ਓਮ ਕਰਨ ਨੂੰ ਏਕਮਕਾਰ, ਸਿੱਖ ਕਹਿੰਦੇ ਏਕਮਕਾਰ। ਤੇ ਏਕਮਕਾਰ ਦਾ ਮਤਲਬ ਖੁਦਾ ਏਕਮ। ਅੱਛਾ, ਖੁੱਡੀਆਂ ਦੇ ਵਿੱਚ ਤੁਹਾਡੀ ਰਹਾਇਸ਼ ਕਿਹੜੀ ਜਗ੍ਹਾ ਤੇ ਸੀ? ਸਾਡੀ ਕਬੈਲੀ ਚੌਧਰੀ ਖੁਰਸ਼ੀਦ ਅਲਾ ਚਮਾਰ ਉੱਚਾ ਧਿਆਨ ਸਿੰਘ। ਕੂਚਾ ਧਿਆਨ ਸਿੰਘ। ਕੂਚਾ ਧਿਆਨ ਸਿੰਘ, ਠੀਕ ਹੈ। ਔਰ ਦੀ ਸਿਰਫ ਤੁਹਾਡੀ ਫੈਮਿਲੀ ਰਹਿੰਦੀ ਸੀ? ਉੱਥੇ ਮੇਰਾ ਫਾਦਰ, ਮੇਰੀ ਮਦਰ ਤੇ ਅਸੀਂ 4 ਭੈਣ ਭਰਾ ਸੀ, 2 ਭੈਣਾਂ। ਹੁਣ ਇਸ ਟਾਈਮ ਤੁਹਾਡੀ ਫੈਮਿਲੀ ਦੇ ਵਿੱਚੋਂ ਜਿਹੜੇ ਲੋਕ ਇੱਥੋਂ ਪਾਰਟੀਸ਼ਨ ਤੋਂ ਬਾਅਦ ਮੂਵ ਕਰ ਗਏ ਸੀ, ਉਹਨਾਂ ਦੇ ਵਿੱਚੋਂ ਕੌਣ ਹਯਾਤ ਹੈ? ਮੇਰੀ ਕੌਣ ਕੋਈ ਹੈਗੇ ਆ। ਹੈਗੇ ਆ ਜਿਹੜੇ? ਮੇਰੀ ਵੱਡੀ ਸਿਸਟਰ ਦੀ ਡੈਥ ਹੋ ਗਈ। ਮੇਰੀ ਛੋਟੀ ਸਿਸਟਰ ਹੈਗੀ ਹੈ, ਉਹ ਰਾਜਸਥਾਨ ਤੇ ਰਹਿੰਦੀ ਹੈ। ਠੀਕ ਹੈ। ਮੇਰਾ ਛੋਟਾ ਭਾਈ ਹੈਗਾ ਹੈ, ਮੈਂ ਹੈਗਾ। 3 ਜਣੇ ਹੈਗੇ ਸਾਡੇ ਕੋਲ। ਮਦਰ ਤੇ ਫਾਦਰ ਦੀ ਡੈਥ ਹੋ ਗਈ ਹੈ। ਔਰ ਜਿਹੜੇ ਤੁਹਾਡੇ ਮਿਸਿਸ ਸਨ, ਉਹ ਇੰਡੀਆ ਵਾਲੀ ਸਾਈਡ ਦੇ ਮਿਸਿਸ ਤੁਹਾਡੇ? ਕੌਣ? ਮੇਰੀ ਮਿਸਿਸ? ਹਾਂ, ਉਹ ਪਾਕਿਸਤਾਨੀ ਜਾਂ ਉਧਰ ਇੰਡੀਆ ਵਾਲੀ ਸਾਈਡ ਤੋਂ ਸੀ? ਇਹ ਗੱਲ ਜੋ ਤੁਸੀਂ ਬਹੁਤ ਸ਼ਾਨਦਾਰ ਪੁੱਛੀ ਹੈ। ਤੁਸੀਂ ਮੈਨੂੰ ਇਹ ਦੱਸੋ, ਮੈਂ ਪਾਕਿਸਤਾਨ ਦਾ, ਮੇਰੀ ਪੈਦਾਇਸ਼ ਹੈ, ਮੇਰੀ ਪਤਨੀ ਹਿੰਦੁਸਤਾਨ ਦੀ ਹੈ। ਕਦੀ ਬੰਸਰ ਦੀ ਆਪਸ ਦੇ ਵਿੱਚ ਹੁੰਦੀ ਹਿੰਦੁਸਤਾਨ ਦੀ ਪਾਕਿਸਤਾਨ ਦੀ ਬੜੀ ਅੱਜ ਤੱਕ ਲੜੀ ਜਾਂਦੀ। ਸਾਡਾ ਵੀ ਹੋ ਗਿਆ, ਦੋਨੋਂ ਦੀ ਨਹੀਂ ਬਣੀ ਅਜੇ ਤੱਕ? ਮੇਰੀ ਨਹੀਂ ਬਣੀ ਜਿਹਦੇ ਨਾਲ। ਸਿੱਧਾ ਸਾਹ ਮੈਂ ਫਰੂਟ ਖਾਂਦਾ, ਉਹ ਚਾਹ ਪੀਂਦੀ ਹੈ। ਇਸ ਟਾਈਮ ਤੁਹਾਨੂੰ ਉਹ ਦੇਖ ਰਹੇ ਹੋਣਗੇ ਤੇ ਕੀ ਮੈਸੇਜ ਦਿਓਗੇ ਉਹਨਾਂ ਨੂੰ? ਕੋਈ ਗੱਲ ਨਹੀਂ, ਬੜੀ ਖੁਸ਼ੀ ਹੈ। ਦੱਸਣਾ ਮੈਨੂੰ ਆਪ ਨਹੀਂ, ਮੈਂ 25 ਗੱਲਾਂ ਦੱਸ ਰਿਹਾ ਹੈ। ਅੱਛਾ, ਤੁਹਾਨੂੰ ਕੈਨੇਡਾ ਤੋਂ ਆਏ ਅੱਜ ਕਿੰਨੇ ਦਿਨ ਹੋ ਗਏ ਖੁੱਡੀਆਂ ਦੇ ਵਿੱਚ? ਮੈਂ 19 ਤਰੀਕ ਨੂੰ ਜਲੰਧਰ ਚੱਲਿਆ। ਅੱਛਾ। ਫਿਰ ਮੈਂ ਉੱਥੇ ਚੜਿਆ। ਫਿਰ ਮੈਂ ਉਸ ਤੋਂ ਬਾਅਦ ਤੁਰਕਸੇ ਲਾਈਨ ਸੀ, ਤੁਰਕੀ ਵਾਲਿਆਂ ਦੀ। ਉਹ ਤੁਰਕੀ ਪਹੁੰਚੇ। ਉੱਥੋਂ ਫਿਰ ਜਹਾਜ਼ ਟ੍ਰੇਨ 12 ਘੰਟੇ 20 ਮਿੰਟ ਦਾ ਰਸਤਾ ਸੀ। ਅੱਗੇ 5.5 ਘੰਟੇ ਦਾ ਰਸਤਾ ਇੰਡੀਆ ਵਾਸਤੇ।
ਅੱਛਾ 21 ਤਾਰੀਖ ਨੂੰ ਮੈਂ ਇੰਡੀਆ ਪਹੁੰਚਿਆ। ਔਰ ਪਾਕਿਸਤਾਨ ਚ ਜਿਸ ਦਿਨ ਦੇ ਤੁਸੀਂ ਆਏ ਹੋਏ ਹੋ, ਖਾਸ ਕਰ ਆਪਣੇ ਸ਼ਹਿਰ ਦੇ ਵਿੱਚ, ਹਾਂ ਕਿੱਦਾਂ ਦਾ ਫੀਲ ਕਰ ਰਹੇ ਹੋ? ਤੁਹਾਨੂੰ ਕੋਈ ਅਪਣਾਇਤ ਫੀਲ ਹੋ ਰਹੀ ਹੈ ਜਾਂ ਕਿ ਇਹ ਲੱਗ ਰਿਹਾ ਕਿ ਮੇਰੇ ਪੁਰਾਣੇ ਦੋਸਤ ਸੀ ਜਿਹੜੇ ਨਵੇਂ ਹੋਣ ਦੀ ਜਿਹੜੀ ਜਨਰੇਸ਼ਨ ਹੈ ਇਹ ਤੁਹਾਨੂੰ ਮੁਹੱਬਤ ਨਹੀਂ ਦੇ ਪਾ ਰਹੀ, ਕੀ ਮਹਿਸੂਸ ਕਰ ਰਹੇ ਹੋ? ਸਭ ਤੋਂ ਵੱਡੀ ਗੱਲ ਇਹ ਹੈ ਖੁਦੀਆਂ ਕੇ ਮੈਂ ਮਹਿਸੂਸ ਇਹ ਕਰ ਰਿਹਾ ਹੈ ਜੋ ਮੈਂ ਮਹਿਸੂਸ ਕਰਦਾ ਦਿਲੀ ਤੌਰ ਤੇ। ਕੈਨੇਡਾ 'ਚ ਮੇਰੀ ਜਿਹੜੀ ਪੈਨਸ਼ਨ ਹੈ ਅਪਰੋਕਸੀਮੇਟਲੀ $4000 ਹੈ ਅੱਛਾ, ਕੈਨੇਡੀਅਨ। ਠੀਕ ਹੈ। ਮੇਰੀ ਇਨਕਮ ਹੈ ਸਾਰੀ, ਹੂੰ ਮੈਂ ਉਹ ਇਨਕਮ ਸਾਰੀ ਛੱਡ ਕੇ ਇੱਥੇ ਕੈਨੇਡਾ ਪਾਕਿਸਤਾਨ ਰਹਿ ਸਕਦਾ, ਇਹ ਚੀਜ਼ ਕਰਦੇ ਰਹਿ ਸਕਦੇ ਹੋ? ਹਾਂ ਅਗਰ ਮੈਂ ਸਾਰੇ ਬੰਦੇ ਬੈਠੇ ਹੈ ਸਾਰੇ ਜੋਰ ਲਾ ਦਿਓ ਵੀ ਮੈਨੂੰ ਇੱਥੇ ਮੈਂ ਜਾਣ ਨਹੀਂ ਦੇਣਾ, ਮੈਂ ਵੀ ਕੈਨੇਡਾ ਨਹੀਂ ਜਾਂਦਾ। ਅੱਛਾ, ਹਾਂ ਜੀ, ਅਰੇ ਵਾਹ। ਯਾਨੀ ਇੰਨਾ ਮੈਨੂੰ ਪਿਆਰ ਹੈ ਖੁਦੀਆਂ ਨਾਲ। ਔਰ ਉੱਥੇ ਏਜ ਦੀ ਲਿਮਟ ਕੀ ਹੈ? ਜਦੋਂ ਰਿਟਾਇਰਮੈਂਟ ਦੀ ਏਜ ਕਿਹੜੀ ਹੈ ਉੱਥੇ ਲਿਮਟ? 65 ਹੈ। 65, ਯਾਨੀ ਕਿ ਪਾਕਿस्तान में 5 साल ज़्यादा है। ਕੋਈ ਆਦਮੀ ਜਾਂਦਾ ਹੈ 55 ਸਾਲ ਦੀ ਉਮਰ ਦਾ ਤੇ 10 ਸਾਲ ਉਹ ਕੰਮ ਕਰੇ 65 ਸਾਲ ਦਾ ਰਿਟਾਇਰ ਕਿਸੇ ਪ੍ਰਾਈਵੇਟ ਮੈਂ ਕਹਿੰਦੇ ਤੁਹਾਨੂੰ ਦੇਖੋ ਖੇਤਾਂ 'ਚ ਕੰਮ ਕੀਤਾ ਹੈ, ਕਿਸੇ ਹੀ ਕੰਮ ਕੀਤਾ ਹੈ, ਚਾਹੇ ਉਹ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ। ਕੋਈ ਦਿੱਕਤ ਨਹੀਂ ਕਿਸੇ। ਅੱਛਾ, ਇਹ ਤੁਸੀਂ ਇਹ 골ਡ ਪਾਇਆ ਹੋਇਆ? ਹਾਂਜੀ ਇਹ ਮੇਰੀ ਪਤਨੀ ਨੇ ਦਿੱਤਾ ਸਰ। ਇਹ ਤੇ ਲਾਇਆ ਕਿਉਂ ਹੁਣ ਤੁਸੀਂ? ਲਾ ਤੁਹਾਨੂੰ ਦਿਖਾਉਣ ਵਾਸਤੇ ਮੇਰੀ ਪਤਨੀ ਦਾ ਗਿਫਟ ਹੈ। अच्छा। फुल उत्ते फुल छपया है, फुल मेरे नाल भेजा उन्हें। अच्छा जी, ये देखेंगे इनकी वाइफ की तरफ से ये इनको पहनाया गया। इधर नग देख पे है। अच्छा, ਇਹਦੀ ਗਿਫਟ ਹੈ ਕਿਸੇ ਦਾ ਇਹ ਵੀ 골ਡ ਹੈ। ਗੋਲਡ ਔਰ ਜਿਹੜੀ ਤੁਸੀਂ ਚੇਨ ਪਾਈ ਹੋਈ ਹੈ ਉਹ ਵੀ ਉਹ ਇਹ ਕੜੀ ਗੋਲਡ ਦੀ ਹੈ, ਕੜੀ ਗੋਲਡ ਦੀ ਹੈ, ਅੱਛਾ, ਬਹੁਤ ਮਹਿੰਗੀ ਹੈ। ਕਾਫੀ ਸ਼ੌਕੀਨ ਹੋ ਤੁਸੀਂ ਮਤਲਬ ਇਸ ਚੀਜ਼ ਦੇ। ਇਹਦੇ ਪਿੱਛੇ ਕੀ ਰੀਜ਼ਨ ਹੈ? ਯਕੀਨੀ ਇਹ ਹੈ ਮੈਂ ਕੰਮ ਜੋ ਦੁਕਾਨ ਕਰਦਾ ਸੀ ਨਾ ਮੈਂ ਉਸ ਜ਼ਮਾਨੇ ਸ਼ੌਕੀਨ ਬਣ ਗਿਆ। ਕੁੜੀਆਂ ਦੁਕਾਨ ਤੇ ਬੁੜੀਆਂ ਹੁੰਦੀਆਂ ਹੁੰਦੀਆਂ ਅੱਛਾ, ਮੈਂ ਵਾਲ ਲੈਣੇ ਸ਼ੇਪ ਕਰਕੇ ਰੱਖਣੀ। ਮੈਂ ਸਾਗਰ ਤੇ ਕਰ ਲੈਂਦਾ। ਅਰੇ ਵਾਹ ਵਾਹ, ਮੇਰੀ ਦੁਕਾਨ ਤੇ ਗਾਹਕ ਬਹੁਤ ਚਮਕਦਾ ਰਹਿੰਦਾ ਸੀ ਮੈਂ ਸਾਰਾ ਦਿਨ। ਅਰੇ ਵਾਹ। ਅੱਛਾ, ਇਸ ਟਾਈਮ ਤੁਹਾਨੂੰ ਦੁਨੀਆ ਦੇ ਜੋ ਲੋਕ ਦੇਖ ਰਹੇ ਆ ਉਹਦੇ ਵਿੱਚ ਸਿੱਖ ਕਮਿਊਨਿਟੀ ਵੀ ਆ, ਮੁਸਲਮਾਨ ਵੀ ਆ, ਹਿੰਦੂ ਵੀ ਆ, ਹਰ ਧਰਮ ਦੇ ਲੋਕ ਤੁਹਾਨੂੰ ਦੇਖ ਰਹੇ ਆ। ਉਹਨਾਂ ਵਾਸਤੇ ਪਾਕਿਸਤਾਨ ਆਉਣ ਦੀ ਤੁਸੀਂ ਇੱਥੇ ਆਏ ਹੋ ਨਾ, ਔਰ ਤੁਸੀਂ ਆਪਣਾ ਕੀ ਤਜਰਬਾ ਸ਼ੇਅਰ ਕਰੋਗੇ, ਉਹਨਾਂ ਨੂੰ ਕੀ ਕਹੋਗੇ ਪਾਕਿਸਤਾਨ ਦੇ ਬਾਰੇ ਖਾਸ ਤੌਰ ਤੇ? ਮੈਂ ਸਾਰੀ ਦੁਨੀਆ ਵਾਸਤੇ ਅਨਾਉਂਸਮੈਂਟ ਕਰਦਾ ਖੁੱਲੇ ਦਿਲ ਨਾਲ ਕਿ ਪਾਕਿਸਤਾਨ ਖੁੱਲੇ ਦਿਲ ਨਾਲ ਆਓ, ਜਿੰਨੀ ਜੋਰ ਲੱਗਦਾ ਤਿੰਨੇ ਦਿਨ ਤੇ ਮਰਜ਼ੀ ਰਹੋ, ਕਿਸੇ ਨੂੰ ਕੋਈ ਖਤਰਾ ਨਹੀਂ। ਇਹ ਬਹੁਤ ਪਿਆਰ ਕਰਨ ਵਾਲੇ ਲੋਕ ਹੈ। ਮੈਂ ਪਿਆਰ ਆਪਣੀ ਫੈਮਿਲੀ ਤੇ ਨਹੀਂ ਦੇਖਿਆ, ਮੇਰੇ ਨਾਲ ਕਰਦੇ ਜਿੰਨੇ ਇਹ ਲੋਕ ਮੇਰੇ ਨਾਲ ਕਰ ਰਹੇ। ਥੈਂਕ ਯੂ ਵੈਰੀ ਮਚ। ਔਰ ਇਸ ਜਿਹੜੇ ਘਰ ਬੈਠੇ ਹੋਏ ਹੋ, ਇਹ ਕਿਹਨਾਂ ਦਾ ਘਰ ਹੈ ਜਿਹਦੇ ਕੋਲ ਆਏ ਹੋਏ ਹੋ? मेरे बड़े प्यारे दोस्त राना अरशद अली खान साहब। असद अली खान साहब ये साथ बैठे हैं, आप देख सकते हैं। अभी ये महफिल लगी हुई है सब लोगों की। अब्दुलरहमान शाह साहब बैठे हुए हैं, अमीन भाई हैं और दीगर हमारे दोस्त जो हैं आप देख सकते हैं। राना असलम साहब है, ये भी मेरे दोस्त हैं। अकबर वली साहब बैठे, ये भी मेरे दोस्त हैं। ठीक है, मेरे पास सब बने 12-15 कुड़ियाँ के। अच्छा, अभी ਇਹ ਤੁਹਾਡੇ ਇੱਥੋਂ ਆਉਣ ਤੋਂ ਪਹਿਲੇ ਹੀ ਦੋਸਤ ਬਣ ਗਏ ਸੀ ਜਾਂ ਕਿ ਆਗੇ ਬਣੇ? ਪਹਿਲੇ ਦੇ ਦੋਸਤਾਂ ਦੀ। ਅੱਛਾ, ਪਹਿਲੇ ਦੇ ਦੋਸਤ ਸਨ। 26 साल मुझे ਇਹਨਾਂ ਨੇ ਤੁਹਾਡੀ ਕੋਈ ਖਿਦਮਤ ਕੀਤੀ ਹੈ ਚੰਗੀ? जैसे कहते ओवरलोड कर दिया, अच्छा, ओवरलोड ज़्यादा खिदमत की है। और खाने च की पसंद करते हो? खाने में वैष्णो कोई भी चीज़ साग के बगैर, कड़ी के बगैर कोई चीज़ नहीं। साग वैसे साडा कौमी खाना वो लोगों का खाना है, मैं खाना इसलिए पसंद नहीं करता। जो मेरे आंखों पर कलर नहीं अच्छा लगता वो कैसे खा सकता। ਅਸਲ ਤੇ ਨਾ ਸਾਡੇ ਜਿਹੜੇ ਸਾਗ ਇੱਥੇ ਬਣਦਾ ਨਾ ਪੰਜਾਬ 'ਚ, ਇੱਕ ਦਿਨ ਸਾਗ ਬਣਦਾ ਤੇ 7 ਦਿਨ ਖਾਇਆ ਜਾਂਦਾ, ਉਹ ਛੇਤੀ ਮੁੱਕਦਾ ਨਹੀਂ मैं ਸੀਜ਼ਨ ਦੇ ਵਿੱਚ। मेरी पत्नी साग खाती है, ਤੂੰ ਕਿਹੜਾ ਗਿਫਟ ਲੈ ਕੇ ਜਾਣਾ ਪਸੰਦ ਕਰੋਗੇ? उन्होंने वास्ते गिफ्ट जी जी, मैं गिफ्ट उनके लिए अपनी पत्नी का गिफ्ट। ਤੁਸੀਂ ਤਾਂ हमेशा वास्ते अपनी पत्नी का गिफ्ट होना, लेकिन पाकिस्तान तो की लेके जाना चाह रहे हो? पाकिस्तान के लोगों का प्यार लेने जाके जाना चाहता हूँ। ये प्यार देंगे उनके लिए कि तुम्हारी पत्नी, मुझे किसी चीज़ की जरूरत नहीं है, सिर्फ उनके प्यार की जरूरत है। तो मैं सब लोगों को ये कहना चाहता हूँ पाकिस्तान हर दफ़ा एक आदमी जरूर जाए। जैसे मुस्लिम लोग हज करने जाते हैं ना, हर आदमी इंडिया जो पाकिस्तान नहीं आया उसने जमे ही नहीं बैठा। अरे वाह वाह, क्या शुक्रिया जी। इसी के साथ ही आज का आप मुझे इजाज़त दीजिएगा, बाकी बातें भी हम करेंगे अभी, चूँकि खुडिया में ही वो हैं मौजूद और 1 महीना पाकिस्तान में हैं। और पाकिस्तान में जिस शख्स की सुपरविजन में वो उनको विज़िट करवाएंगे वो है राना असद अली साहब, जो इस वक्त आप देख रहे हैं स्क्रीन के ऊपर। अब्दुलरहमान शाह साहब हैं जो कि इस शहर के रोहे रवा हैं। तो ये वो कमेटी है जो इनको यहाँ पे विज़िट करवाएगी, और उनका ये एक साफ मैसेज है उन लोगों के लिए जो ये समझते हैं कि पाकिस्तान सेफ नहीं है। मैं भी ये कहूँगा कि पाकिस्तान एक ऐसा मुल्क है जिसको ज़रूर देखना चाहिए। मेरा शहर, मेरा वतन
और मेरा देश इतना प्यारा है कि अगर आप यहाँ पे आएंगे तो यकीनन आपको आपके घर से ज़्यादा मोहब्बत मिलेगी। जैसे इन्होंने कहा कि अगर मुझे ये कहा जाए कि यहाँ रह लें तो मैं इस चीज़ को प्रेफरेंस दूंगा कि मैं यहीं पे रह जाऊँ और वापस कनाडा ना जाऊँ, जबकि वो एक तरक्की याफ्ता मुल्क है और हम तरक्की पजीर हैं। इसके बावजूद हमारा अखलाक, हमारे मामलात, हमारी सिक्योरिटी, हमारी मोहब्बत और इतने अच्छे हैं, इतने शानदार हैं कि आपने खुद अपने इनके लफ्ज़ों से सुना है। तो इसी के साथ मुझे इजाज़त दीजिए। देखते रहिए सैम टीवी। अल्लाह हाफ़िज़।